ਸਾਖੀ ਭਾਈ ਆਦਮ ਜੀ। ਸੱਚੇ ਮਨ ਵੱਲੋਂ ਕੀਤੀ ਗਈ ਸੇਵਾ ਹਮੇਸ਼ਾ ਫਲੀਭੂਤ ਹੁੰਦੀ ਹੈ ਅਤੇ ਮਨ ਵਾਂਛਿਤ ਫਲ ਵੀ ਪ੍ਰਾਪਤ ਹੁੰਦੇ ਹਨ। ਇੱਕ ਕੁਲੀਨ ਸਮਰੱਥ ਜਾਟ ਪਰਿਵਾਰ ਦੇ ਜ਼ਿਮੀਂਦਾਰ ਦੇ ਇੱਥੇ ਔਲਾਦ ਨਹੀਂ ਸੀ। ਉਸ ਦਾ ਨਾਮ ਊਧਮ ਸਿੰਘ ਸੀ, ਪਰ ਉਸ ਦੀ ਨਿਮਰਤਾ ਦੇ ਕਾਰਨ ਭਾਈ ਆਦਮ ਨਾਮ ਵੱਲੋਂ ਉਹਨੂੰ ਪ੍ਰਸਿੱਧੀ ਪ੍ਰਾਪਤ ਹੋਈ ਸੀ। ਔਲਾਦ ਦੀ ਇੱਛਾ ਦੇ ਕਾਰਨ ਉਹ ਕਈ ਸੰਤਾਂ ਅਤੇ ਫਕੀਰਾਂ ਦੇ ਚੱਕਰ ਕੱਟਦਾ ਰਿਹਾ, ਪਰ ਉਸ ਦੀ ਇੱਛਾ ਪੂਰਨ ਨਹੀਂ ਹੋਈ। ਹੌਲੀ ਹੌਲੀ ਉਸ ਦੀ ਉਮਰ ਵੀ ਵਧਦੀ ਚਲੀ ਗਈ, ਇਸ ਲਈ ਉਸਨੇ ਆਪਣੀ ਕਿਸਮਤ ਉੱਤੇ ਸੰਤੋਸ਼ ਕਰ ਲਿਆ। ਇੱਕ ਦਿਨ ਉਸ ਦੀ ਭੇਟ ਇੱਕ ਸਿੱਖ ਵੱਲੋਂ ਹੋਈ। ਉਸਨੇ ਉਸ ਨੂੰ ਵਿਸ਼ਵਾਸ ਦਿਲਵਾਇਆ ਕਿ ਤੁਹਾਡੀ ਇੱਛਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਵੱਲੋਂ ਜ਼ਰੂਰ ਪੂਰਨ ਹੋਵੇਗੀ। ਇਹਨਾਂ ਦਿਨਾਂ ਉਹਨਾਂ ਦੇ ਚੌਥੇ ਵਾਰਿਸ ਸ੍ਰੀ ਗੁਰੂ ਰਾਮਦਾਸ ਜੀ ਗੁਰਗੱਦੀ ਉੱਤੇ ਵਿਰਾਜਮਾਨ ਹਨ। ਆਪ ਜੀ ਉਹਨਾਂ ਦੀ ਸ਼ਰਨ ਵਿੱਚ ਗੁਰੂ ਚੱਕ ਚਲੇ ਜਾਓ। ਭਾਈ ਆਦਮ ਜੀ ਹੁਣ ਵਡੇਪੇ ਦੇ ਨਜ਼ਦੀਕ ਪੁੱਜਣ ਵਾਲੇ ਸਨ। ਉਹਨਾਂ ਨੇ ਔਲਾਦ ਦੀ ਇੱਛਾ ਤਿਆਗ ਦਿੱਤੀ ਸੀ, ਪਰ ਉਹਨਾਂ ਦੀ ਪਤਨੀ ਦੇ ਦਿਲ ਵਿੱਚ ਇਹ ਉਮੰਗ ਜਾਗਰਤ ਸੀ। ਉਸ ਤੇ ਜ਼ੋਰ ਦੇਣ ਉੱਤੇ ਭਾਈ ਆਦਮ ਜੀ ਕੇਵਲ ਆਤਮਕ ਫਲ ਦੀ ਪ੍ਰਾਪਤੀ ਦੇ ਦ੍ਰਿਸ਼ਟੀਕੋਣ ਵੱਲੋਂ ਗੁਰੂ ਚਰਨਾਂ ਵਿੱਚ ਮੌਜੂਦ ਹੋਏ ਅਤੇ ਆਮ ਲੋਕਾਂ ਦੀ ਤਰ੍ਹਾਂ ਸੇਵਾ ਵਿੱਚ ਜੁਟ ਗਏ। ਗੁਰੂ ਘਰ ਦਾ ਮਾਹੌਲ ਉਹਨਾਂ ਨੂੰ ਬਹੁਤ ਭਾਇਆ। ਇੱਥੇ ਸਾਰੇ ਲੋਕ ਨਿਸ਼ਕਾਮ ਹੋ ਕੇ ਸੇਵਾ ਕਰਦੇ ਵਿਖਾਈ ਦਿੰਦੇ ਸਨ। ਸਾਰੀ ਸੰਗਤ ਦੇ ਦਿਲ ਵਿੱਚ ਕੇਵਲ ਆਤਮਕ ਉੱਨਤੀ ਦੀ ਮਾਤਰਾ ਚਾਵ ਹੁੰਦੀ ਸੀ। ਬਸ ਇਹ ਖਿੱਚ ਭਾਈ ਆਦਮ ਜੀ ਨੂੰ ਇੱਥੇ ਨਿਵਾਸ ਕਰਨ ਲਈ ਪ੍ਰੇਰਿਤ ਕਰਨ ਲੱਗੀ। ਉਹਨਾਂ ਨੇ ਗੁਰੂ ਦੇ ਚੱਕ ਵਿੱਚ ਹੀ ਆਪਣਾ ਵਖ ਵੱਲੋਂ ਆਪਣਾ ਘਰ ਬਣਾ ਲਿਆ ਅਤੇ ਵਖਤਾਵਰ ਹੋਣ ਦਾ ਸਵਾਂਗ ਤਿਆਗ ਕੇ ਇੱਕ ਸ਼ਰਮਿਕ ਦੀ ਤਰ੍ਹਾਂ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਇਹ ਦੰਪਤੀ ਪਤੀ ਪਤਨੀ ਪ੍ਰਭਾਤ ਉੱਠ ਕੇ ਜੰਗਲ ਵਿੱਚ ਚਲੇ ਜਾਂਦੇ, ਉੱਥੇ ਵੱਲੋਂ ਬਾਲਣ ਦੀਆਂ ਲੱਕੜੀਆਂ ਦੇ ਪੰਡ ਚੁੱਕ ਕੇ ਪਰਤ ਆਉਂਦੇ, ਪਰ ਭਾਈ ਆਦਮ ਜੀ ਆਪਣੇ ਸਿਰ ਵਾਲਾ ਬੋਝਾ ਬਾਜ਼ਾਰ ਵਿੱਚ ਵਿਕਰੀ ਕਰ ਦਿੰਦੇ ਅਤੇ ਉਹਨਾਂ ਦੀ ਪਤਨੀ ਆਪਣੇ ਵਾਲਾ ਬੋਝਾ ਘਰ ਦੀ ਜ਼ਰੂਰਤ ਲਈ ਇਹਨਾਂ ਲੱਕੜੀਆਂ ਦਾ ਬਾਲਣ ਦੇ ਰੂਪ ਵਿੱਚ ਪ੍ਰਯੋਗ ਕਰਦੀ। ਪਰ ਇਸ ਗੱਠਰ ਵੱਲੋਂ ਕੁਝ ਲੱਕੜੀਆਂ ਬਚੀਆਂ ਰਹਿੰਦੀਆਂ, ਜੋ ਕਿ ਹੌਲੀ ਹੌਲੀ ਇੱਕ ਵੱਡੇ ਭੰਡਾਰ ਦੇ ਰੂਪ ਵਿੱਚ ਇਕੱਠੀ ਹੁੰਦੀ ਗਈ। ਸ਼ੀਤ ਰੁੱਤ ਸੀ। ਇੱਕ ਦਿਨ ਗੁਰਦੇਵ ਦੇ ਦਰਸ਼ਨਾਂ ਨੂੰ ਦੂਰ ਦੂਰ ਪ੍ਰਦੇਸ਼ਾਂ ਵੱਲੋਂ ਸੰਗਤਾਂ ਆਈਆਂ ਹੋਈਆਂ ਸੀ ਕਿ ਵਰਖਾ ਹੋਣ ਲੱਗੀ, ਜਿਸ ਕਾਰਨ ਸਰਦੀ ਵਧਦੀ ਚਲੀ ਗਈ। ਵਰਖਾ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ। 2-3 ਦਿਨ ਵਰਖਾ ਇਸ ਪ੍ਰਕਾਰ ਬਣੀ ਰਹੀ। ਇਸ ਵਿੱਚ ਲੰਗਰ ਵਿੱਚ ਬਾਲਣ ਖਤਮ ਹੋ ਗਿਆ। ਭੋਜਨ ਤਿਆਰ ਕਰਨ ਵਿੱਚ ਅੜਚਨ ਪੈਦਾ ਹੋ ਗਈ। ਜਿਵੇਂ ਹੀ ਇਸ ਗੱਲ ਦਾ ਭਾਈ ਆਦਮ ਜੀ ਨੂੰ ਪਤਾ ਹੋਇਆ, ਉਹ ਆਪਣੇ ਘਰ ਵੱਲੋਂ ਇਕੱਠਾ ਕੀਤਾ ਹੋਇਆ ਬਾਲਣ ਚੁੱਕ ਚੁੱਕ ਕੇ ਲੰਗਰ ਲਈ ਲਿਆਉਣ ਲੱਗੇ। ਉਹਨਾਂ ਦੀ ਪਤਨੀ ਨੇ ਜਦੋਂ ਸੰਗਤ ਨੂੰ ਠਠੁਰਦੇ ਹੋਏ ਵੇਖਿਆ ਤਾਂ ਉਸਨੇ ਵੀ ਘਰ ਵਿੱਚ ਇਕੱਠੇ ਕੀਤੇ ਹੋਏ ਲੱਕੜੀ ਦੇ ਕੋਇਲੇ ਅੰਗੀਠੀਆਂ ਵਿੱਚ ਜਲਾ ਕੇ ਸੰਗਤ ਦੇ ਸਾਹਮਣੇ ਅੱਗ ਸੇਕਣ ਲਈ ਧਰ ਦਿੱਤੇ। ਸੰਗਤ ਨੇ ਰਾਹਤ ਦੀ ਸਾਂਸ ਲਈ। ਜਦੋਂ ਆਰਾਮ ਘਰ ਵਿੱਚ ਗੁਰੂਦੇਵ ਸੰਗਤ ਦੀ ਸੁੱਧ ਲੈਣ ਪੁੱਜੇ ਤਾਂ ਉਹਨਾਂ ਨੇ ਪਾਇਆ ਕਿ ਸੰਗਤ ਬਹੁਤ ਖੁਸ਼ ਹੈ। ਉਹਨਾਂ ਨੇ ਪੁੱਛਿਆ ਕਿ ਇਹਨਾਂ ਅੰਗੀਠੀਆਂ ਨੂੰ ਜਲਾ ਕੇ ਸਾਰੇ ਡੇਰਿਆਂ ਵਿੱਚ ਪਹੁੰਚਾਉਣ ਅਤੇ ਲੰਗਰ ਲਈ ਸੁੱਕੀਆਂ ਲੱਕੜੀਆਂ ਲਿਆਉਣ ਦੀ ਸੇਵਾ ਕਿਸਨੇ ਕੀਤੀ ਹੈ, ਤਾਂ ਪਤਾ ਹੋਇਆ ਭਾਈ ਆਦਮ ਅਤੇ ਉਹਨਾਂ ਦੀ ਪਤਨੀ ਨੇ ਇਹ ਸੇਵਾ ਕੀਤੀ ਹੈ। ਇਹ ਜਾਣ ਕੇ ਗੁਰਦੇਵ ਬਹੁਤ ਖੁਸ਼ ਹੋਏ। ਉਹਨਾਂ ਨੇ ਭਾਈ ਆਦਮ ਜੀ ਨੂੰ ਆਪਣੇ ਦਰਬਾਰ ਵਿੱਚ ਸੱਦ ਕੇ ਕਿਹਾ, ਅਸੀਂ ਤੁਹਾਡੀ ਸੇਵਾ ਵੱਲੋਂ ਬਹੁਤ ਖੁਸ਼ ਹੋਏ। ਤੁਸੀਂ ਮੰਗੋ, ਕੀ ਮੰਗਦੇ ਹੋ? ਭਾਈ ਆਦਮ ਜੀ ਹੁਣ ਦਿਲੋਂ ਨਿਸ਼ਕਾਮ ਹੋ ਚੁੱਕੇ ਸਨ। ਉਹਨਾਂ ਨੇ ਸਿਰ ਨੀਵਾਂ ਕਰ ਲਿਆ ਅਤੇ ਕਿਹਾ, ਮੈਨੂੰ ਤੁਹਾਡੀ ਕਿਰਪਾ ਨਜ਼ਰ ਚਾਹੀਦੀ ਹੈ। ਤੁਸੀਂ ਮੈਨੂੰ ਕੇਵਲ ਪ੍ਰਭੂ ਨਾਮ ਦਾ ਧਨ ਦਿਓ। ਜਵਾਬ ਵਿੱਚ ਗੁਰੂਦੇਵ ਨੇ ਕਿਹਾ, ਇਹ ਧਨ ਤਾਂ ਤੁਹਾਨੂੰ ਪਹਿਲਾਂ ਵੱਲੋਂ ਹੀ ਮਿਲਿਆ ਹੋਇਆ ਹੈ, ਪਰ ਅਸੀਂ ਤੁਹਾਡੀ ਮੂਲ ਇੱਛਾ ਪੂਰਨ ਕਰਨਾ ਚਾਹੁੰਦੇ ਹਾਂ। ਇਸ ਉੱਤੇ ਵੀ ਭਾਈ ਆਦਮ ਜੀ ਕੁਝ ਮੰਗ ਨਹੀਂ ਪਾਈ, ਕਿਉਂਕਿ ਉਹਨਾਂ ਨੂੰ ਵਡੇਪੇ ਵਿੱਚ ਔਲਾਦ ਸੁੱਖ ਮੰਗਦੇ ਹੋਏ ਸ਼ਰਮ ਦਾ ਅਨੁਭਵ ਹੋ ਰਿਹਾ ਸੀ। ਫਿਰ ਗੁਰੂਦੇਵ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਕੱਲ੍ਹ ਦਰਬਾਰ ਵਿੱਚ ਆਪਣੀ ਪਤਨੀ ਨੂੰ ਵੀ ਨਾਲ ਲੈ ਕੇ ਆਇਓ। ਅਗਲੇ ਦਿਨ ਭਾਈ ਆਦਮ ਜੀ ਆਪਣੀ ਪਤਨੀ ਸਮੇਤ ਦਰਬਾਰ ਵਿੱਚ ਹਾਜ਼ਰ ਹੋਏ। ਗੁਰੂਦੇਵ ਨੇ ਉਸ ਦੀ ਪਤਨੀ ਵੱਲੋਂ ਪੁੱਛਿਆ, ਤੁਹਾਡੇ ਦਿਲ ਵਿੱਚ
ਕੋਈ ਕਾਮਨਾ ਹੋਵੇ ਤਾਂ ਦੱਸੋ। ਇਹ ਉਹ ਕਹਿਣ ਲੱਗੀ, ਘਰ ਵੱਲੋਂ ਚੱਲਦੇ ਸਮੇਂ ਪੁੱਤ ਦੀ ਕਾਮਨਾ ਸੀ, ਜਿਸ ਨੂੰ ਆਧਾਰ ਬਣਾ ਕੇ ਤੁਹਾਡੇ ਦਰਬਾਰ ਵਿੱਚ ਪੁੱਜੇ ਹਾਂ, ਪਰ ਹੁਣ ਕੋਈ ਔਚਿਤਿਆ ਨਹੀਂ ਰਿਹਾ, ਕਿਉਂਕਿ ਹੁਣ ਅਸੀਂ ਵੱਡੀ ਉਮਰ ਦੇ ਹੋ ਗਏ ਹਾਂ। ਗੁਰੂਦੇਵ ਨੇ ਕਿਹਾ, ਗੁਰੂ ਘਰ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਹੈ। ਜੇਕਰ ਕੋਈ ਨਿਸ਼ਕਾਮ ਹੋ ਕੇ ਸੇਵਾ ਕਰਦਾ ਹੈ ਤਾਂ ਉਸਦੇ ਆਂਤਰਿਕ ਮਨ ਦੀ ਕਾਮਨਾ ਜ਼ਰੂਰ ਫਲੀਭੂਤ ਹੁੰਦੀ ਹੈ। ਤੁਸੀਂ ਚਿੰਤਾ ਨਾ ਕਰੋ, ਜਲਦੀ ਹੀ ਤੁਸੀਂ ਇੱਕ ਸੁੰਦਰ ਪੁੱਤ ਦੀ ਮਾਤਾ ਬਣੋਗੇ। ਉਸ ਦਾ ਨਾਮ ਭਗਤੂ ਰੱਖਣਾ, ਉਸ ਦਾ ਪਾਲਣ ਪੋਸ਼ਣ ਗੁਰੂ ਮਰਿਆਦਾ ਅਨੁਸਾਰ ਕਰਨਾ, ਜਿਸ ਦੇ ਨਾਲ ਉਹ ਤੁਹਾਡੇ ਕੁਲ ਦਾ ਨਾਮ ਰੌਸ਼ਨ ਕਰੇਗਾ। ਇਸ ਪ੍ਰਕਾਰ ਆਸ਼ੀਰਵਾਦ ਦੇ ਕੇ ਗੁਰੂਦੇਵ ਨੇ ਇਸ ਦੰਪਤੀ ਨੂੰ ਉਹਨਾਂ ਦੇ ਪਿੰਡ ਵਾਪਸ ਭੇਜ ਦਿੱਤਾ। ਕਾਲਾਂਤਰ ਵਿੱਚ ਗੁਰੂ ਇੱਛਾ ਵੱਲੋਂ ਅਜਿਹਾ ਹੀ ਹੋਇਆ। ਭਾਈ ਭਗਤੂ ਜੀ ਨੇ ਗੁਰੂ ਘਰ ਦੀ ਬਹੁਤ ਸੇਵਾ ਕੀਤੀ ਅਤੇ ਅੱਗੇ ਜਾ ਕੇ ਉਹਨਾਂ ਦੀ ਔਲਾਦ ਨੇ ਗੁਰੂ ਦਰਬਾਰ ਵਿੱਚ ਬਹੁਤ ਨਾਮ ਕਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।